ਪ੍ਰੇਮਾ ਭਗਤੀ ਪ੍ਰੇਮ ਨਾਲ ਗਿਆਨ ਕਮਾਉਣ ਕਰਕੇ, ਪ੍ਰੇਮਾ ਭਗਤੀ ਕਰਨ ਕਰਕੇ ਕੇਵਲ ਬ੍ਰਹਮ ਗਿਆਨ ਦੀ ਪ੍ਰਾਪਤੀ, ਕੇਵਲ ਮੁਕਤੀ ਦੀ ਪ੍ਰਾਪਤੀ। ਸੂਰਜ ਕਿਰਨ ਮਿਲੇ ਜਲ ਕਾਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਆਤਮਿਕ ਅਵਸਥਾ ਪ੍ਰਾਪਤ ਹੋਵੇਗੀ ਤੇ ਉਹਨੂੰ ਮਿਲੇਗੀ ਜਿਹੜਾ ਮਨੁੱਖ ਚਾਹੇਗਾ ਸੇਵਾ ਕਰਕੇ। ਤੇ ਉਹ ਸੰਸਾਰ ਦੇ ਵਿੱਚੋਂ ਪ੍ਰਾਪਤ ਕਰ ਲਵੇਗਾ ਦਾਤਾ। ਤੇ ਜਿਹੜੇ ਪ੍ਰੇਮ ਕਰਨਗੇ, ਪ੍ਰੇਮ ਨਾਲ ਸੰਗਤ ਦੀ ਸੇਵਾ ਕਰਨਗੇ, ਤੇ ਐਸਿਆਂ ਦੇ ਫਿਰ ਕੰਨ ਦੇ ਕੇ ਪ੍ਰੇਮ ਦੇ ਨਾਲ ਬਚਨ ਸੁਣਨਾ ਕਰੇ। ਤੇ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜੰਗਲ ਹੈ, ਤੇ ਭਾਈ ਜਿਹੜੀ ਸਤਸੰਗਤ ਕਰਨੀ ਹੈ ਨਾ ਬੈਠ ਕੇ, ਇਹ ਕੁਹਾੜਾ ਹੈ। ਜਿਹੜਾ ਜਿਸ ਤਰ੍ਹਾਂ ਕੁਹਾੜਾ ਰੁੱਖਾਂ ਨੂੰ ਵੱਢ ਦਿੰਦਾ ਨਾ, ਇਸ ਤਰ੍ਹਾਂ ਅੰਦਰ ਜਿਹੜਾ ਸਾਡੇ ਜੰਗਲ ਹੈ, ਇਹ ਜਿਹੜੇ ਔਗਣ ਭਰੇ ਪਏ ਆ, ਹੌਲੀ 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 ਸਾਰੇ ਹੀ ਕੱਟੇ ਜਾਣਗੇ। ਇੱਕ ਤਾਂ ਔਗਣ ਹੈ ਨਹੀਂ ਸਾਧ ਸੰਗਤ ਜੀ ਅੰਦਰ, ਪਤਾ ਨਹੀਂ ਕਿੰਨੇ ਕੇ ਔਗਣ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਤੇ ਜਿਸ ਤਰ੍ਹਾਂ ਆਪਾਂ ਜੰਗਲ ਵੱਢਣ ਲੱਗੀਏ ਤੇ ਹੌਲੀ ਹੌਲੀ ਵੱਢਦਿਆਂ ਇੱਕ ਦਿਨ ਕੱਟਿਆ ਹੀ ਜਾਵੇਗਾ ਨਾ ਫਿਰ। ਤੇ ਸਤਿਗੁਰੂ ਕਿਰਪਾ ਕਰਨ, ਇਹ ਸਤਸੰਗਤ ਰੂਪੀ ਕੁਹਾੜਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜੰਗਲ ਨੂੰ ਨਾਸ਼ ਕਰਨ ਵਾਸਤੇ। ਤੇ ਜਿਹੜਾ ਅਗਿਆਨ ਹੈ ਨਾ ਹਿਰਦੇ ਦੇ ਵਿੱਚ, ਇਹ ਸੂਰਜ ਦੇ ਸਮਾਨ ਹੈ। ਤੇ ਵਿਸ਼ੇ ਵਾਸ਼ਨਾ ਬਹੁਤੀ ਤਪਸ਼ ਹੈ, ਇਹਦੀ ਬਹੁਤੀ ਜ਼ਿਆਦਾ ਧੁੱਪ ਹੈ। ਤੇ ਜਿਹੜੀ ਸਤਸੰਗਤ ਹੈ, ਇਹ ਭਾਈ ਸਮੁੰਦਰ ਦੀ ਨਿਆਈ ਹੈ, ਜਿਹਦੇ ਵਿੱਚ ਇੱਕ ਤਾਂ ਠੰਡਾ ਜਲ ਹੈ ਗੁਰੂ ਕੀ ਬਾਣੀ, ਤੇ ਉਹਦੇ ਵਿੱਚ ਸ਼ੁਭ ਗੁਣਾ ਰੂਪੀ ਸ੍ਰੇਸ਼ਟ ਮੋਤੀ ਵੀ ਹਨ। ਇੱਕ ਤਾਂ ਮੈਤਰੀ, ਹਰ ਇੱਕ ਦੇ ਨਾਲ ਮਿੱਤਰਤਾ ਕਰਨੀ। ਜੇ ਕੋਈ ਨਾਰਾਜ਼ਗੀ ਹੈ, ਪ੍ਰੇਮ ਨਾਲ ਬੈਠ ਕੇ ਮਸਲੇ ਨੂੰ ਹੱਲ ਕਰ ਲੈਣਾ ਮਿੱਤਰ ਨਾਲ, ਜਿਵੇਂ ਮਿੱਤਰ ਕਰਦਾ ਕਿ ਭਾਈ ਕੀ ਗੱਲ ਹੋ ਗਈ, ਮੇਰੇ ਨਾਲ ਕਿਹੜੀ ਗੱਲੋਂ ਨਾਰਾਜ਼ ਹੈ। ਆਪਾਂ ਜਿੰਨਾ ਪ੍ਰੇਮ ਹੋਵੇ ਉਹਨਾਂ ਹੀ ਪੁੱਛਦੇ ਆ ਨਾ। ਜਿਵੇਂ ਮਿੱਤਰ ਨਾਲ ਮਿੱਤਰਤਾ ਹੀ ਕਰੀਦੀ ਹੈ, ਹਰ ਇੱਕ ਨਾਲ ਮਿੱਤਰਤਾ ਹੀ ਰੱਖਣ ਦੀ ਕੋਸ਼ਿਸ਼ ਕਰਨੀ। ਮੁੱਦਤਾ ਪ੍ਰਸੰਨ ਰਹਿਣਾ, ਹਰ ਟਾਈਮ ਖੁਸ਼ ਰਹਿਣਾ। ਸੱਤ ਹਿਰਦੇ ਵਿੱਚ ਸੱਚ ਨੂੰ, ਪਰਮਾਤਮਾ ਹੀ ਸੱਚ ਸਰੂਪ ਹੈ, ਬਾਕੀ ਸਭ ਨਾਸਵੰਤ ਹੈ। ਇਹ ਦ੍ਰਿੜ ਕਰਨਾ ਤੇ ਸੰਤੋਖ ਦੇ ਵਿੱਚ ਰਹਿਣਾ। ਕਰੁਣਾ ਹਰ ਇੱਕ ਤੇ ਦਇਆ ਕਰਨੀ। ਸ਼ਿਮਾ, ਕਿਸੇ ਨੇ ਔਗਣ ਕਰ ਦਿੱਤਾ ਹੈ, ਕਿਸੇ ਕੋਲੋਂ ਗਲਤੀ ਹੋ ਗਈ, ਉਹਨੂੰ ਮੁਆਫ ਕਰ ਦੇਣਾ। ਖਾਰ ਨਹਿ ਦੋਖੰ, ਖਾਰ ਕਿਸੇ ਦੇ ਨਾਲ ਜਿਹੜਾ ਹੈ ਸਾਧ ਸੰਗਤ ਜੀ ਈਰਖਾ ਨਹੀਂ ਕਰਨੀ। ਤੇ ਦੂਸਰਾ ਜਿਹੜਾ ਇਹ ਦੋਖੰਗ, ਜਿਹੜੇ ਦੋਸ਼ ਇਤਿਆਦਿਕ, ਇਹਨਾਂ ਦਾ ਤਿਆਗ ਕਰਨਾ। ਜਿਹੜੇ ਇਹ ਖਾਰਪੁਣਾ ਹੈ, ਇਹਨੂੰ ਜਿਹੜਾ ਦੋਸ਼ ਰੂਪੀ ਖਾਰਪੁਣਾ ਹੈ ਸਮੁੰਦਰ ਦੇ ਵਿੱਚ, ਉਹਨੂੰ ਤਿਆਗਣਾ। ਅਥਵਾ ਇਸ ਸਾਧ ਸੰਗਤ ਰੂਪੀ, ਹੁਣ ਕਿਉਂਕਿ ਇਹਨੂੰ ਸਮੁੰਦਰ ਨਾਲ ਤੁਲਨਾ ਦਿੱਤੀ ਹੈ, ਹੁਣ ਸ਼ੰਕਾ ਕਰਨ ਵਾਲਾ ਕਹਿ ਵੀ ਸਕਦਾ ਸਮੁੰਦਰ ਵਿੱਚ ਤੇ ਖਾਰਾਪਣ ਬਹੁਤ ਜ਼ਿਆਦਾ। ਤੇ ਮਹਾਰਾਜ ਜੀ ਇੱਥੇ ਸਮਝਾਉਂਦੇ ਨੇ, ਕਹਿੰਦੇ ਭਾਈ ਇਸ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਸ਼ੁਭ ਗੁਣਾ ਰੂਪੀ ਮੋਤੀ ਹਨ। ਤੇ ਇਹਦੇ ਵਿੱਚ ਜਿਹੜਾ ਜਲ ਵਿੱਚ ਜਿਵੇਂ ਸਮੁੰਦਰ 'ਚ ਖਾਰਾਪਣ ਹੁੰਦਾ ਨਾ, ਇਹਦੇ ਵਿੱਚ ਦੋਸ਼ਾਂ ਰੂਪੀ ਖਾਰਾਪਣ ਨਹੀਂ ਹੈ। ਹੁਣ ਆਪਾਂ ਇੱਥੇ ਬੈਠੇ ਹਾਂ, ਸਾਡਾ ਮਨ ਜਿੰਨਾ ਮਰਜ਼ੀ ਗੰਦਾ ਹੋਵੇ, ਪਰ ਸਰੀਰ ਕਰਕੇ ਨਹੀਂ ਆਪਾਂ ਗਲਤੀ ਕਰ ਸਕਦੇ, ਕਿਉਂਕਿ ਸਤਸੰਗਤ ਦਾ ਤੇ ਗੁਰੂ ਦਾ ਡਰ ਹੈ। ਇਹ ਖਾਰਾਪਣ ਨਹੀਂ ਹੈਗਾ, ਇੱਥੇ ਹਿੰਮਤ ਹੈ ਨਹੀਂ ਮਨ ਦੀ ਕਿ ਸਮੁੰਦਰ ਵਿੱਚ ਬਹਿ ਕੇ ਔਗਣ ਕਰ ਜਾਵੇ। ਤੇ ਇਸ ਵਾਸਤੇ ਮਹਾਰਾਜ ਕਹਿੰਦੇ ਸਤਸੰਗਤ ਦੇ ਰੂਪੀ ਸਮੁੰਦਰ ਦੇ ਵਿੱਚ ਖਾਰਪਣ ਦਾ ਦੋਸ਼ ਨਹੀਂ ਹੈ ਕੋਈ ਵੀ। ਹੋਰ ਮਹਾਰਾਜ ਇਹਦੇ ਵਿੱਚ ਰਤਨ ਕਿਹੜੇ ਆ? ਮਹਾਰਾਜ ਕਹਿੰਦੇ ਧੀਰਜ, ਗਿਆਨ, ਆਤਮਕ, ਬੈਰਾਗ ਕਿ ਸਭ ਸੰਸਾਰ ਨਾਸਵੰਤ ਹੈ, 2 ਪ੍ਰਸ਼ਾਦੇ ਛਕਣੇ ਹੈ। ਤੇ ਇਸ ਵਾਸਤੇ ਲਾਲਚ, ਲੋਭ, ਮਾੜਾ ਕੰਮ ਕਿਉਂ, ਕਿਸੇ ਨੂੰ ਦੁੱਖ ਦੇ ਕੇ ਕਿਉਂ ਪੈਸੇ ਇਕੱਠੇ ਕਰਨੇ ਆ? ਇਹ ਜਿਹੜੀ ਇੱਛਾ ਰਹਿਣੀ, ਮਾੜਾ ਕੰਮ ਨਾ ਕਰਨ ਦੀ ਹਿੰਮਤ ਨਹੀਂ ਕਰਦਾ ਮਨ, ਬੈਰਾਗ ਵਿੱਚ ਰਹਿਣਾ,
ਇਹਨੂੰ ਬੈਰਾਗ ਕਹਿੰਦੇ ਆ। ਤੇ ਸਤਿਗੁਰੂ ਜੀ ਕਹਿੰਦੇ ਵਿਚਾਰਾ ਸ੍ਰੇਸ਼ਟ ਵਿਚਾਰ ਜਿਹੜੀ ਹੈ ਭਾਉ ਪ੍ਰੇਮ ਕਰਨਾ, ਭਗਤ ਪ੍ਰੇਮਾ ਭਗਤੀ, ਹਰ ਟਾਈਮ ਬਾਣੀ ਪੜ੍ਹਨੀ, ਸਿਮਰਨ ਕਰਨਾ, ਇਹ ਮੁਕਤੀ ਦੇ ਦਰਵਾਜ਼ੇ ਹਨ। ਸਮ ਮਨ ਦੀਆਂ ਵਾਸ਼ਨਾਵਾਂ ਨੂੰ ਰੋਕਣਾ, ਮਨ ਨੂੰ ਗਲਤ ਫੁਰਨਿਆਂ ਵੱਲੋਂ, ਗਲਤ ਸੋਚਣ ਵੱਲੋਂ ਰੋਕਣਾ, ਦਮ ਅੱਖਾਂ ਨੂੰ, ਨੱਕ ਨੂੰ, ਕੰਨ ਨੂੰ, ਜ਼ੁਬਾਨ ਨੂੰ ਬੋਲਣ ਵੱਲੋਂ ਜਾਂ ਖਾਣ ਵੱਲੋਂ, ਸਵਾਦਾਂ ਵੱਲੋਂ ਰੋਕਣਾ, ਇਹਨੂੰ ਸਮ ਕਹਿੰਦੇ ਆ। ਇਹ ਸਾਰੇ ਜਿਹੜੇ ਹਨ ਪ੍ਰਾਪਤ ਹੁੰਦੇ ਹਨ। ਭਾਈ ਇਹ ਸਤਸੰਗਤ ਦੇ ਵਿੱਚੋਂ ਪੈਦਾ ਹੁੰਦੇ, ਕਦੀ ਮੁੱਕਦੇ ਨਹੀਂ ਹਨ। ਸੰਗਤ ਵਿੱਚੋਂ ਜਿੰਨੇ ਮਰਜ਼ੀ ਇਹ ਸ਼ੁਭ ਗੁਣ ਲੈ ਲਵੋ ਆ ਕੇ, ਆਪਾਂ ਨੂੰ ਗੁਰਮੁਖ ਹੋਏ ਬਾਜ਼ਾਰੋਂ ਨਹੀਂ ਮਿਲਦੇ ਕਿਤੋਂ। ਇਸੇ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਵਿੱਚ ਸਾਡੇ ਤੇ ਕਿਰਪਾ ਕਰਦੇ ਹੋਏ ਬਚਨ ਕਹਿੰਦੇ ਨੇ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ, ਅਮੁੱਲ ਭੰਡਾਰ, ਅਮੁੱਲ ਆਵਾ ਹੈ, ਅਮੁੱਲ ਲੈ ਜਾਏ। ਇਹ ਸਾਰੀ ਵਿੱਚ ਅਮੁੱਲਕ ਦੱਸਿਆ। ਹੁਣ ਕੋਈ ਕਰੋੜ ਰੁਪਈਆ ਕੀ ਆਪਣੀ ਸਾਰੀ ਜਾਇਦਾਦ ਆ ਜਿਹੜਾ ਹੁਣ ਸਤਿਗੁਰੂ ਹੀ ਕਿਰਪਾ ਕਰਨ, ਕਿੰਨੀ ਵੇਖੋ ਸਾਧ ਸੰਗਤ ਜੀ ਆਪਾਂ ਨੂੰ ਘਰਾਂ 'ਚ ਬੈਠੇ ਵੀ ਤੰਗੀ ਹੈ। ਹੁਣ ਜਿਹੜੇ ਜ਼ਿਮੀਂਦਾਰ ਉੱਥੇ ਵਿਚਾਰੇ ਸਾਰੇ ਬੈਠੇ ਨੇ, ਸਾਡੇ ਬਜ਼ੁਰਗ ਮਾਤਾਵਾਂ, ਬੱਚੇ, ਵੀਰ ਭਰਾ, ਕੱਲ੍ਹ ਵੀ ਮੀਂਹ ਪਿਆ, ਅੱਜ ਵੀ ਪੈ ਰਿਹਾ, ਕੱਲ੍ਹ ਦਾ ਵੀ ਵਿਖਾ ਰਹੇ ਨੇ, ਤੇ ਉੱਥੇ ਸਭ ਕੁਝ ਗਿੱਲਾ ਹੋ ਗਿਆ, ਕਿੰਨਾ ਜ਼ਿਆਦਾ ਔਖਾ। ਹੁਣ ਅਡਾਣੀ ਅੰਬਾਣੀ ਵਰਗੇ ਕਹਿਣ ਮੈਂ ਸਾਰੀ ਜਾਇਦਾਦ ਦੇ ਦਿੰਦਾ, ਮੈਨੂੰ ਸੰਤੋਖ ਦੇ ਦਿਓ, ਨਹੀਂ ਦਿੱਤਾ ਜਾਣਾ, ਕਿਉਂਕਿ ਪੈਸੇ ਦੀ ਲਾਲਸਾ ਵਿੱਚ ਸੰਤੋਖ ਨਹੀਂ ਹੈਗਾ। ਸੰਤੋਖ ਤਿਆਗ ਵਿੱਚ ਹੈ। ਜੇ ਮੈਨੂੰ ਪਰਮਾਤਮਾ ਤੁਸੀਂ ਰੋਟੀ ਦਿੱਤੀ ਹੈ, ਮੇਰਾ ਗੁਆਂਢੀ ਵੀ ਰੱਜ ਕੇ ਰੋਟੀ ਖਾਵੇ ਰੋਜ਼, ਜਿਹਦੇ ਮਨ 'ਚ ਇਹ ਭਾਵਨਾ ਹੈ ਉਹਨੂੰ ਸੰਤੋਖ ਮਿਲਣਾ। ਪੈਸੇ ਵਿੱਚ ਸੰਤੋਖ ਨਹੀਂ ਹੁੰਦਾ। ਵੱਡੇ ਵੱਡੇ ਰਾਜਨ ਅਰ ਭੂਮਨ ਤਾਕੀ ਤ੍ਰਿਸ਼ਨ ਨਾ ਬੁਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨ ਸੂਝੀ। ਵਿਖਿਆ ਮੈਂ ਕਿਨੀ ਹੀ ਤ੍ਰਿਪਤ ਨ ਪਾਈ, ਜਿਉ ਪਾਵਕ ਈਂਧਨ ਨਹੀਂ ਤਰਾਪੈ, ਹਰ ਬਿਨ ਕਹਾਂ ਅਗਾਈ। ਜਿਵੇਂ ਲੱਕੜਾਂ ਪਾਉਣ ਦੇ ਨਾਲ, ਬਲਣ ਵਾਲੀਆਂ ਚੀਜ਼ਾਂ ਪਾਉਣ ਕਰਨ ਕਰਕੇ ਅੱਗ ਨਹੀਂ ਬੁਝਦੀ, ਇਸ ਤਰੀਕੇ ਨਾਲ ਪੈਸਿਆਂ ਨਾਲ, ਸੰਸਾਰੀ ਪਦਾਰਥਾਂ ਨਾਲ, ਸੰਸਾਰੀ ਵਡਿਆਈਆਂ ਨਾਲ ਕਦੀ ਮਨ ਸ਼ਾਂਤ ਨਹੀਂ ਹੁੰਦਾ। ਪਾਣੀ ਪਾਈਏ ਤੇ ਅੱਗ ਬੁਝਦੀ ਹੈ, ਪਰਮਾਤਮਾ ਦਾ ਸਿਮਰਨ ਪਾਈਏ ਤੇ ਬੇਨਤੀਆਂ ਕਰੀਏ, ਅਰਦਾਸਾਂ ਕਰੀਏ, ਸਤਸੰਗਤ ਵਿੱਚ ਬੈਠ ਕੇ ਸਮਾਂ ਬਤੀਤ ਕਰੀਏ ਤੇ ਗੁਰਮੁਖੋ ਸ਼ਾਂਤੀ ਆਉਂਦੀ ਹੈ, ਇੱਥੋਂ ਸੰਤੋਖ ਮਿਲਦਾ ਹੈ। ਇਸੇ ਵਾਸਤੇ ਮਹਾਰਾਜ ਨੇ ਕਿਹਾ ਅਮੁੱਲ ਗੁਣ ਅਮੁੱਲ ਵਾਪਾਰ। ਇਹਦਾ ਬਿਜ਼ਨਸ ਵੀ ਬੜਾ ਅਮੁੱਲਕ ਹੈ। ਕਰਦੇ ਕੌਣ ਨੇ? ਅਮੁੱਲ ਵਾਪਾਰੀਏ। ਉਹ ਜਿਹੜੇ ਵਪਾਰੀ ਹੈ, ਬਿਜ਼ਨਸਮੈਨ ਹੈ, ਜਿਹੜੇ ਸੰਗਤ 'ਚ ਬਹਿੰਦੇ ਜੇ ਤੁਸੀਂ ਆ ਕੇ ਸਾਰੇ, ਇਹ ਵੀ ਅਮੁੱਲਕ ਹੈ, ਇਹਨਾਂ ਦੀ ਕੀਮਤ ਨਹੀਂ ਦਿੱਤੀ ਜਾ ਸਕਦੀ। ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਪਰਮਾਤਮਾ ਦੇ ਭੰਡਾਰੇ ਵੀ ਅਮੁੱਲਕ ਨੇ। ਅਮੁੱਲ ਆਵਾ ਹੈ, ਜਿਹੜੇ ਆਉਂਦੇ ਨੇ ਸੰਗਤ ਵਿੱਚ ਤੁਰ ਕੇ, ਉਹਨਾਂ ਦਾ ਤੁਰ ਕੇ ਆਉਣਾ ਵੀ ਅਮੁੱਲਕ ਹੈ। ਅਮੁੱਲ ਲੈ ਜਾਏ, ਇੱਥੋਂ ਅਮੁੱਲਕ ਹੀ ਗੁਣ ਬਖਸ਼ਿਓ ਲੈ ਕੇ ਜਾਂਦੇ। ਠੀਕ ਹੈ, ਸਾਡੇ ਕੋਲੋਂ ਸੰਭਾਲੀਆਂ ਨਹੀਂ ਜਾਂਦੀਆਂ। ਕਦੀ ਕਾਮ ਦੇ ਵੱਸ ਹੋ ਕੇ, ਕਦੀ ਕ੍ਰੋਧ ਦੇ ਵੱਸ ਹੋ ਕੇ, ਕਦੀ ਲੋਭ ਦੇ ਵੱਸ ਹੋ ਕੇ, ਕਦੀ ਹੰਕਾਰ ਦੇ ਵੱਸ ਹੋ ਕੇ, ਕਦੀ ਮੋਹ ਦੇ ਵੱਸ ਹੋ ਕੇ, ਕਦੀ ਈਰਖਾ ਦੇ ਵੱਸ ਹੋ ਕੇ, ਇਸ ਤਰੀਕੇ ਨਾਲ ਔਗਣਾਂ ਦੇ ਵੱਸ ਹੋ ਕੇ ਅਸੀਂ ਗਵਾਈ ਤੁਰੇ ਜਾ ਰਹੇ। ਇਹ ਸਾਡੇ ਅੰਦਰ ਚੋਰ ਬੈਠੇ ਹੋਏ। ਇਸ ਦੇਹੀ ਅੰਦਰ ਪੰਚ ਚੋਰ ਵਸਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁਟੈ ਮਨਮੁਖ ਨਹੀਂ ਬੂਝੈ, ਕੋਏ ਨਾ ਸੁਣੈ ਪੁਕਾਰਾ। ਇਹ ਅੰਦਰ ਲੁੱਟ ਰਹੇ ਆ, ਪਰ ਅਸੀਂ ਪ੍ਰੇਮੀ ਸਮਝੇ ਆਪਣੇ, ਇਹ ਅਸੀਂ ਮਿੱਤਰ ਸਮਝੇ ਆ। ਇਹ ਸਾਡਾ ਔਗਣ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਦੁਸ਼ਮਣ ਹੈ। ਜਿਸ ਤਰ੍ਹਾਂ ਅਸੀਂ ਦੁਸ਼ਮਣ ਨੂੰ ਵੇਖਣਾ ਪਸੰਦ ਨਹੀਂ ਕਰਦੇ, ਦੁਸ਼ਮਣ ਸਾਡੇ ਤੋਂ ਦੂਰ ਹੀ ਰਵੇ, ਸਾਡੇ ਮਨ ਦੀ ਇੱਛਾ ਹੁੰਦੀ ਹੈ। ਇਸ ਤਰ੍ਹਾਂ ਜੇ ਇਹਨਾਂ ਨੂੰ ਦੁਸ਼ਮਣ ਸਮਝ ਕੇ ਛੱਡਣਾਂਗੇ ਨਾ, ਗੁਰੂ ਚਰਨਾਂ 'ਚ ਅਰਦਾਸਾਂ ਕਰਾਂਗੇ, ਬੇਨਤੀਆਂ ਕਰਾਂਗੇ, ਧੰਨ ਗੁਰੂ ਅੰਗਦ ਦੇਵ ਜੀ ਤੁਸੀਂ ਛਡਾ ਲਿਓ, ਸਾਹਿਬ ਗੁਰੂ ਰਾਮਦਾਸ ਜੀ ਤੁਸੀਂ ਮੋਹ ਮਲ ਵਿਵਸ ਕੀਓ, ਕਾਮ ਗਹਿ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਓ ਝਾੜਿਓ, ਜਨਮ ਕਾਲ ਕਰ ਜੋੜ, ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਓ, ਸਿੱਖ ਤਾਰੇ ਸੋ ਪ੍ਰਸੰਨ। ਸਿਰਾਤ ਪਾਤ ਸੱਚੋ ਤਖਤ, ਜੋਗ ਭੋਗ ਸੰਯੁਤ ਬਲ, ਗੁਰੂ ਰਾਮਦਾਸ ਸੱਚ ਸਲ ਭਣ, ਤੂੰ ਅਟਲ ਰਾਜ ਅਪੱਗ ਦਲ। ਇਹ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ
ਮਾਰ ਕੱਢੇ ਤੁਧ ਸਭ ਪਰਵਾਰਿਆ। ਤੇਰੇ ਵਿੱਚ ਇਹ ਤਾਕਤ ਹੈ, ਆਪ ਜੀ ਦੇ ਬਣਾਏ ਹੋਏ ਨੇ, ਤੁਸੀਂ ਹੀ ਇਹਨਾਂ ਨੂੰ ਅੰਦਰੋਂ ਕੱਢ ਸਕਦੇ ਹੋ, ਅਸੀਂ ਨਹੀਂ ਬਚ ਸਕਦੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉੱਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਓ। ਜਿਸ ਤਰ੍ਹਾਂ ਪੁਲਿਸ ਵਾਲੇ ਕਿਤੇ ਵੀ ਕੋਈ ਗੱਲ ਹੋਵੇ ਤੇ ਜਿਨ੍ਹਾਂ ਨੂੰ ਫੜਨਾ ਹੋਵੇ, ਚੋਰ ਇਤਿਆਦਿਕ ਜਾਂ ਕੋਈ ਮੁਕਾਬਲਾ ਲੁਕੇ, ਉਹਨਾਂ ਨੂੰ ਕਹਿੰਦੇ ਹੁੰਦੇ ਬਾਹਾਂ ਖੜੀਆਂ ਕਰਕੇ ਆਓ, ਜਾਂ ਸਿੱਧਾ ਕਹਿ ਦਿੰਦੇ ਸਰੈਂਡਰ ਕਰੋ। ਸਰੈਂਡਰ ਦਾ ਭਾਵ ਹੀ ਹੁੰਦਾ ਬਾਹਾਂ ਤਾਂ ਨੂੰ ਸਿੱਧੀਆਂ ਕਰਕੇ ਆਉਣਾ। ਇਹਦਾ ਭਾਵ ਕੀ ਹੈ? ਕਿਸੇ ਹਥਿਆਰ ਨੂੰ ਜਾਂ ਇਹਨਾਂ ਕੋਈ ਪਿਸਤੌਲ, ਕੋਈ ਬੰਦੂਕ, ਗੋਲੀ ਨਾ ਮਾਰਨ, ਬਾਹਾਂ ਤਾਂ ਨੂੰ ਖੜੀਆਂ ਕਰ ਦੇਣੀਆਂ। ਇਹਦਾ ਭਾਵ ਇਹ ਵੀ ਹੁੰਦਾ ਕਿ ਮੈਂ ਆਪਣਾ ਬਲ ਹਾਰ ਗਿਆ, ਮੈਂ ਤੁਹਾਡੀ ਸ਼ਰਨ ਆ ਰਿਹਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉੱਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਓ, ਤਿਨ ਹਉ ਲਿਆ ਉਬਾਰੀ। ਮੈਂ ਮਨ ਤੇ ਬੁੱਧੀ ਰੂਪੀ ਦੋਵੇਂ ਬਾਹਾਂ ਖੜੀਆਂ ਕਰ ਦਿੱਤੀਆਂ, ਦਾਤਾ ਮੈਂ ਨਹੀਂ ਛੁੱਟ ਸਕਦਾ, ਮੈਂ ਨਹੀਂ ਬਚ ਸਕਦਾ, ਕਾਮ ਕ੍ਰੋਧ ਲੋਭ ਹੰਕਾਰ ਤੋਂ ਨਹੀਂ ਬਚ ਸਕਦਾ। ਸਾਧ ਸੰਗਤ ਜੀ, ਸਾਡੇ ਕੋਲੋਂ ਨਹੀਂ ਬਚਿਆ ਜਾਣਾ। ਇਹ ਤੇ ਸ੍ਰਿਸ਼ਟੀ ਨੂੰ ਬਣਾਉਣ ਤੇ ਚਲਾਉਣ ਵਾਸਤੇ ਪਰਮਾਤਮਾ ਨੇ ਬਣਾਈਆਂ ਹੈ, ਪਰ ਇਹ ਲੋੜ ਤੋਂ ਵੱਧ ਗਾਂ ਤੋਂ ਗਾਂ, ਜਿਸ ਤਰ੍ਹਾਂ ਆਪਾਂ ਨੌਕਰ ਰੱਖਿਆ ਹੋਵੇ ਖੇਤੀਬਾੜੀ ਕਰਨ ਲਈ, ਫਸਲਾਂ ਉਗਾਉਣ ਲਈ, ਉਹ ਮਾਲਕ ਬਣ ਕੇ ਹੀ ਸਭ ਕੁਝ ਬਰਬਾਦ ਕਰੀ ਜਾਵੇ, ਉਜਾੜੀ ਜਾਵੇ, ਉਹ ਹਾਲਤ ਹੋ ਗਈ ਸਾਡੇ ਅੰਦਰ। ਤੇ ਆਪਾਂ ਨਹੀਂ ਬਚ ਸਕਦੇ। ਇਹ ਪਰਮਾਤਮਾ ਦਾ ਬਣਾਇਆ ਸੰਸਾਰ ਤੇ ਸਰੀਰ ਹੈ, ਉਹਦੇ ਹੀ ਬਣਾਏ ਕਾਮ ਕ੍ਰੋਧ ਲੋਭ ਹੰਕਾਰ, ਸਾਰਾ ਕੁਝ ਉਹਦਾ ਹੀ ਹੈ, ਮਾਇਆ ਦਾ। ਉਹ ਹੀ ਬਚਾ ਸਕਦੇ ਨੇ ਸਾਨੂੰ, ਹੋਰ ਕੋਈ ਨਹੀਂ ਬਚਾ ਸਕਦਾ। ਇਹ ਸ਼ੁਭ ਗੁਣ ਜਿਹੜੇ ਨੇ ਇਹਨਾਂ ਤੋਂ ਬਚਾਉਣ ਵਾਸਤੇ, ਜਿਵੇਂ ਇਹਨਾਂ ਦੀ ਫੌਜ ਹੈ, ਇਹ ਮਾਇਆਵੀ ਫੌਜ ਸਾਰੀ, ਤੇ ਇੱਧਰ ਸਤ ਸੰਤੋਖ, ਦਇਆ, ਧਰਮ, ਵਿਚਾਰ, ਕਰੁਣਾ, ਮੈਤਰੀ, ਮੁਦਤਾ, ਉਪੇਖਿਆ, ਆਹ ਜਿਹੜੇ ਸ਼ੁਭ ਗੁਣ ਦੱਸ ਰਹੇ ਆ, ਇਹਨਾਂ ਦੀ ਫੌਜ ਜੇ ਸਾਡੇ ਅੰਦਰ ਮਹਾਰਾਜ ਜੀ ਖੜੇ ਕਰ ਦੇਣਗੇ ਤੇ ਆਪਣੇ ਆਪ ਹੀ ਉਹ ਭੱਜ ਜਾਣਗੇ, ਫਿਰ ਆਪੇ ਜਿੱਤ ਪ੍ਰਾਪਤ ਹੋ ਜਾਏਗੀ। ਇਸ ਵਾਸਤੇ ਸਤਿਗੁਰੂ ਸਾਹਿਬ ਜੀ ਇੱਥੇ ਸਮਝਾ ਰਹੇ ਨੇ, ਭਾਈ ਇਹ ਜੇ ਆਨੰਦ ਲੈਣਾ ਹੈ ਨਾ, ਅੰਦਰ ਸਮਦਾਮਾਦ ਸਾਧਨ ਜਿਹੜੇ ਸਾਰੇ ਹੈ ਅੰਦਰ, ਇਹਨਾਂ ਨੂੰ ਪੈਦਾ ਕਰਨਾ ਕਰੋ ਸੰਗਤ ਵਿੱਚ ਆ ਕੇ, ਸੰਗਤ ਵਿੱਚ ਬੈਠ ਕਰਕੇ, ਇੱਥੋਂ ਹੀ ਪ੍ਰਾਪਤ ਹੁੰਦੇ ਆ, ਕਦੀ ਇਹ ਮੁੱਕਦੇ ਨਹੀਂ ਹਨ। ਜਿਹੜਾ ਇਸ ਸਤਸੰਗਤ ਰੂਪੀ ਸਮੁੰਦਰ ਵਿੱਚ ਸਮਾ ਜਾਂਦਾ ਹੈ ਪਿਆਰ ਦੇ ਨਾਲ, ਭਾਵੇਂ ਸਾਨੂੰ ਇੱਥੇ ਕੋਈ ਸੰਸਾਰੀ ਲੋੜ ਕਰਕੇ ਵੀ ਮਾਇਆ ਲੈ ਕੇ ਆਪਾਂ ਇੱਥੇ ਡਿਊਟੀ ਕਰਦੇ ਭਾਵੇਂ, ਪਰ ਜੇ ਪਿਆਰ ਨਾ ਕਰਾਂਗੇ ਕਿ ਸਾਡੇ ਵੱਡੇ ਭਾਗ, ਅਸੀਂ ਬਾਹਰ ਵੀ ਤਾਂ ਕਿਤੇ ਧੱਕੇ ਖਾਣੇ ਹੀ ਸੀ ਨਾ, ਨੌਕਰੀ ਤਾਂ ਕਿਤੇ ਨਾ ਕਿਤੇ ਕਰਨੀ ਪੈਣੀ, ਗੁਰਮੁਖੋ ਕੰਮ ਤੇ ਕਰਨੇ ਹੀ ਪੈਣੇ ਕਿਤੇ ਨਾ ਕਿਤੇ। ਗੁਰੂ ਸਾਹਿਬ ਜੀ ਦਾ ਸ਼ੁਕਰ ਕਿ ਉਹਨਾਂ ਨੇ ਮੈਨੂੰ ਆਪਣੇ ਦਰ ਦੇ ਇੱਥੇ ਸੇਵਾਦਾਰ ਰੱਖ ਲਿਆ। ਸ਼ਰਧਾ ਭਾਵਨਾ ਨਾਲ ਬੇਨਤੀਆਂ ਕਰੇ, ਪਿਆਰ ਨਾਲ ਸੇਵਾ ਕਰੇ ਵੱਧ ਵੱਧ, ਤੇ ਆਪੇ ਹੋਰ ਬਖਸ਼ਾਂ ਹੋ ਜਾਣਗੀਆਂ, ਫਿਰ ਕਿਰਪਾ ਹੋਏਗੀ ਵੱਧ। ਮਹਾਰਾਜ ਕਹਿੰਦੇ ਜਿਹੜੇ ਇਸ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਪਿਆਰ ਦੇ ਨਾਲ ਸਮਾਉਂਦੇ ਹਨ, ਤੇ ਦੱਸੋ ਭਾਈ ਫਿਰ ਉਹ ਕਿਉਂ ਨਹੀਂ ਆਨੰਦ ਰੂਪੀ ਪਦਵੀ ਨੂੰ ਪ੍ਰਾਪਤ ਕਰਨਗੇ? ਭਾਵ ਜ਼ਰੂਰ ਉਹਨਾਂ ਨੂੰ ਆਨੰਦ ਮਿਲੇਗਾ, ਜ਼ਰੂਰ ਉਹਨਾਂ ਨੂੰ ਬਖਸ਼ਾਂ ਮਿਲਣਗੀਆਂ। ਤੇ ਸਾਧ ਸੰਗਤ ਜਿਹੜੀ ਹੈ ਨਾ, ਸਤ ਸੰਗਤ, ਇਹ ਸਾਰੇ ਸਾਧਨਾਂ ਦਾ ਮੁੱਖ ਸਾਧਨ ਹੈ। ਤੇ ਸਾਧ ਸੰਗਤ ਜੀ, ਜੇ ਅੱਜ ਸਾਡੇ ਵਿੱਚ ਸਿੱਖੀ ਦੀ ਅੰਦਰ ਬਖਸ਼ਾਂ ਦੀ ਘਾਟ ਹੋ ਰਹੀ ਹੈ ਨਾ, ਤੇ ਇਹਦਾ ਕਾਰਨ ਵੀ ਸਭ ਤੋਂ ਵੱਡਾ ਇਹ ਜੇ, ਅਸੀਂ ਗੁਰਦੁਆਰਿਆਂ ਵਿੱਚ ਬਹਿ ਕੇ ਕਥਾ ਕੀਰਤਨ ਸੁਣਨਾ ਛੱਡ ਦਿੱਤਾ, ਗੁਰਦੁਆਰਿਆਂ 'ਚ ਨਹੀਂ ਬਹਿੰਦੇ। ਅੱਜ ਕੱਲ੍ਹ ਇੱਕ ਬਹਾਨਾ ਹੋਰ ਮਿਲ ਗਿਆ, ਮੈਂ ਅੱਗੇ ਵੀ ਕਈ ਵਾਰ ਆਪ ਜੀ ਨੂੰ ਕਿਹਾ, ਦਿੱਲੀ ਵੀ ਕਿਹਾ ਸੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਟੀਵੀ ਤੋਂ ਸੁਣ ਕੇ ਅਸੀਂ ਕਥਾ ਸਮਝਦੇ ਹਾਂ ਕਿ ਬਸ ਅਸੀਂ ਜੀ ਸਤਸੰਗਤ ਕਰ ਲਈ। ਨਹੀਂ ਗੁਰਮੁਖੋ, ਕਥਾ ਚਾਹੋ ਨਹੀਂ ਆਇਆ ਜਾਂਦਾ, ਕੀਰਤਨ ਵਿੱਚ ਆ ਜਾਓ। ਕੀਰਤਨ 'ਚ ਨਹੀਂ ਆਇਆ ਜਾਂਦਾ, ਰਹਿਰਾਸ ਸਾਹਿਬ ਜੀ ਦੇ ਸਮੇਂ ਆਓ, ਰਹਿਰਾਸ ਸਾਹਿਬ ਸੁਣੋ। ਰਹਿਰਾਸ ਸਾਹਿਬ ਜੀ ਤੋਂ ਬਾਅਦ ਗੁਰਮੁਖ ਇੱਥੇ ਚੌਂਕੀ ਪੜ੍ਹਦੇ ਆ, ਸ਼ਬਦ ਪੜ੍ਹਦੇ, ਉਦੋਂ ਬੈਠ ਜਾਓ। ਘਰ ਵੀ ਤੁਰਦੇ ਫਿਰਦੇ ਘੱਟੋ ਘੱਟ ਜ਼ਿਆਦਾ ਨਹੀਂ 10, 15, 20 ਮਿੰਟ, 25 ਮਿੰਟ ਸਤਸੰਗਤ ਵਿੱਚ ਜ਼ਰੂਰ ਹਾਜ਼ਰੀ ਭਰੋ। ਅੱਗੋਂ ਪਿੱਛੋਂ ਆਉਣਾ ਮੁਬਾਰਕ ਹੈ, ਪਰ ਕਿਸੇ ਜ਼ਰੂਰੀ ਕੰਮ ਪੈਣ ਕਰਕੇ ਹਾਜ਼ਰੀ ਭਰੀ ਜਾਵੇ, ਇਸ ਵਾਸਤੇ ਅੱਗੋਂ ਪਿੱਛੋਂ ਆ ਕੇ ਮੱਥਾ ਟੇਕੋ। ਕਦੀ ਮਨ 'ਚ ਨਾ ਸੋਚੋ ਕਿ ਅਸੀਂ ਸੰਗਤ 'ਚ ਨਹੀਂ ਗਏ ਤੇ ਸਾਡੀ ਬਾਅਦ 'ਚ ਗੁਰਦੁਆਰੇ ਮੱਥਾ ਟੇਕ ਲਿਆ ਜੀ, ਹਾਜ਼ਰੀ ਭਰੀ ਗਈ, ਬਿਲਕੁਲ ਨਹੀਂ। ਪੜ੍ਹਾਈ ਦੇ ਟਾਈਮ ਬੱਚੇ ਨਾ ਜਾਣ ਸਕੂਲ ਵਿੱਚ ਤੇ ਬਾਅਦ ਵਿੱਚ ਜਾ ਕੇ ਸਕੂਲੇ ਮੱਥਾ ਟੇਕ ਆਵੇ, ਰੋਜ਼ ਟੀਚਰ ਨੂੰ ਕਹੇ ਬਾਅਦ ਵਿੱਚ ਕਿ ਮੈਂ ਗਿਆ ਸੀ ਸਕੂਲ 'ਚ। ਗੁਰਮੁਖੋ ਉਹ ਹਾਲਤ ਹੋ ਰਹੀ ਅੱਜ ਕੱਲ੍ਹ ਸਾਡੀ, ਵਿਗੜੇ ਅਸੀਂ ਤਾਈਓ ਪਏ। ਮਹਾਰਾਜ ਕਹਿੰਦੇ ਸਾਰੇ ਸਾਧਨਾਂ 'ਚੋਂ, ਸਾਰੀਆਂ ਗੱਲਾਂ 'ਚੋਂ ਮੁੱਖ ਸਾਧਨ ਜਿਹੜਾ ਹੈ ਉਹ ਸਤਸੰਗਤ ਬਖਸ਼ਿਸ਼ ਕੀਤੀ ਹੈ। ਜਿਹੜਾ ਵੀ ਸੰਗਤ ਵਿੱਚ ਆ ਕੇ ਮਿਲੇਗਾ, ਕਥਾ ਕੀਰਤਨ ਸੁਣੇਗਾ,
ਉਹਨੂੰ ਸਭ ਕੁਝ ਹੀ ਪ੍ਰਾਪਤ ਹੋ ਜਾਵੇਗਾ ਹੌਲੀ ਹੌਲੀ। ਤੇ ਜਿਨ੍ਹਾਂ ਨੇ ਪਿੱਛੇ ਪਹਿਲਾਂ ਵੀ ਸਤ ਸੰਗਤ ਕੀਤੀ ਹੈ ਉਹ ਮੁਕਤ ਹੋ ਗਏ, ਉਹਨਾਂ ਦੇ ਭਰਮ ਨਾਸ ਹੋ ਗਏ, ਉਹਨਾਂ ਦੇ ਅੰਦਰ ਦੇ ਵਿਕਾਰ ਨਾਸ ਹੋ ਗਏ। ਮੈਂ ਫਿਰ ਮਾਫੀ ਮੰਗ ਕੇ ਕਹਿੰਦਾ, ਪਹਿਲਾਂ ਵੀ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ, ਮੈਂ ਕੋਈ ਈਰਖਾ ਵਸ ਜਾਂ ਉਸ ਤਰ੍ਹਾਂ ਨਹੀਂ, ਮੈਂ ਸੁਭਾਵਿਕ ਕਿਹਾ ਸੀ ਕਿ ਗਿਆਨੀ, ਰਾਗੀ, ਢਾਡੀ, ਪ੍ਰਚਾਰਕ ਸਟੇਜ ਤੇ ਆਪਣਾ ਟਾਈਮ ਲਾਉਂਦੇ ਆ ਜਾਂ ਬੈਠੇ ਡੂਕਦੇ ਰਹਿੰਦੇ ਆ, ਬਸ ਪਿਆਰ ਨਾਲ ਸਤਸੰਗਤ ਨਹੀਂ ਕਰਦੇ। ਮੈਂ ਤਾਈਓ ਗੱਲ ਕਹਿ ਦਿੱਤੀ ਸੀ ਪਹਿਲਾਂ ਕਿ ਸਵਾਲ ਉੱਠਦੇ ਆ ਨਾ, ਸੁਣਨ ਵਾਲੇ ਕਹਿੰਦੇ ਇਹ ਤੇ ਬਹਿ ਕੇ ਸੁਣਦੇ ਨਹੀਂ, ਫਿਰ ਜੇ ਸੁਣਦੇ ਨਹੀਂ ਤਾਂ ਔਗਣ ਵੀ ਨਹੀਂ ਨਾ ਛੁੱਟਦੇ, ਔਗਣ ਵੀ ਤੇ ਨਾ ਨਹੀਂ ਸਾਡੇ ਅੰਦਰੋਂ ਹੀ ਨਾ ਨਾਸ ਹੁੰਦੇ। ਮਹਾਰਾਜ ਜੀ ਨੇ ਕਹਿ ਦਿੱਤਾ ਸਭ ਤੋਂ ਮੁੱਖ ਸਾਧਨ ਜਿਹੜਾ ਹੈ ਉਹ ਸਤਸੰਗਤ ਬਖਸ਼ੀ ਹੈ, ਤੇ ਸਤਸੰਗਤ ਜਿਹੜਾ ਨਹੀਂ ਕਰਦਾ ਉਹਨੂੰ ਘਾਟਾ ਪੈਂਦਾ ਹੈ। ਜਿਹੜੇ ਵੀ ਕਰਦੇ ਰਹੇ ਆ ਪਹਿਲਾਂ ਉਹਨਾਂ ਨੂੰ ਵੀ ਬਖਸ਼ਿਸ਼ ਹੋਈ ਹੈ, ਤੇ ਜਿਹੜੇ ਅੱਗੇ ਕਰਨਗੇ ਉਹਨਾਂ ਤੇ ਵੀ ਕਿਰਪਾ ਹੋਵੇਗੀ। ਜਿਹੜੇ ਹੁਣ ਪ੍ਰੀਤ ਧਾਰ ਕਰਕੇ ਹਿਰਦੇ ਦੀ ਸੰਗਤ ਕਰਨਗੇ ਉਹ ਸੰਸੇ ਤੋਂ ਰਹਿਤ ਹੋ ਕੇ ਸੰਸਾਰ ਸਮੁੰਦਰ ਤੋਂ ਤਰ ਜਾਣਗੇ। ਆਉਣ ਵਾਲੇ ਸਮਿਆਂ ਵਿੱਚ ਵੀ ਜਿਹੜੇ ਅੱਗੇ ਸਤ ਸੰਗਤ ਕਰਿਆ ਕਰਨਗੇ ਉਹਨਾਂ ਦੀ ਮੁਕਤੀ ਮੋਖ ਜਿਹੜੀ ਆ ਬੜੀ ਸੌਖੀ ਹੋ ਜਾਵੇਗੀ। ਤੇ ਇਹ ਵੱਡਿਆਂ ਭਾਗਾਂ ਵਾਲੇ, ਮਹਾਨ ਭਾਗਾਂ ਵਾਲੇ ਭਾਈ ਲਹਿਣਾ ਜੀ, ਇਹ ਭਾਈ ਪੁਰਖਾ ਸੁਣ ਲੈਣਾ ਕਰ। ਇਸ ਵਾਸਤੇ ਤੁਹਾਨੂੰ ਵੀ ਤਾਕੀਦ ਹੈ, ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਸਤਸੰਗਤ ਦੀ ਰੀਤ ਹੀ ਕਰਨੀ ਹੈ। ਬੜੇ ਪ੍ਰੇਮ ਦੇ ਨਾਲ ਭਾਉ ਭਗਤੀ ਕਰਨੀ। ਹੁਣ ਵੇਖੋ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਹੋ ਗਿਆ। ਆਪ ਜੀ ਨੇ ਅੱਗੇ ਜਿਹੜੀ ਪੋਥੀ ਸ਼ੁਰੂ ਹੋਣੀ ਹੈ ਨਾ, ਇਸ ਕਥਾ ਤੋਂ ਬਾਅਦ ਧੰਨ ਗੁਰੂ ਅੰਗਦ ਦੇਵ ਜੀ ਦਾ ਇਤਿਹਾਸ ਉੱਥੇ ਆਪ ਜੀ ਨੇ ਸੁਣਨਾ। ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦਿਆਂ, ਯਾਨੀ ਕਿ 2-3 ਘੰਟੇ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਫਿਰ ਸਮਾਧੀ ਵਿੱਚ ਬਹਿ ਜਾਣਾ। ਹੁਣ ਗੁਰੂ ਅੰਗਦ ਦੇਵ ਜੀ ਕਿਹਦੀ ਸਮਾਧੀ 'ਚ ਬਹਿੰਦੇ ਆ, ਕਿਹਦਾ ਨਾਮ ਜਪਣਾ ਉਹਨੇ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਪਹਿ ਜਪਹੁ ਆਪਣਾ ਜਾਪ, ਆਪਣਾ ਧਿਆਨ ਆਪ ਖੁਦ ਹੀ ਧਾਰਨ ਕਰਨਾ। ਕਾਹਦੇ ਵਾਸਤੇ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਰੀਤ ਸੰਸਾਰ 'ਚ ਚਲਾਉਣੀ। ਫਿਰ ਕੀਰਤਨ ਸੁਣਦੇ ਆ, ਫਿਰ ਬਾਅਦ ਵਿੱਚ ਭਾਈ ਬਾਲਾ ਜੀ ਦੇ ਪਾਸੋਂ ਕਥਾ ਸੁਣਦੇ ਨੇ, ਤੇ ਕਿਸੇ ਦੇ ਨਾਲ ਸੰਸਾਰੀ ਬਚਨ ਨਹੀਂ ਕਰਦੇ। ਪੂਰਨ ਗੁਰੂ ਪਰਮਾਤਮਾ ਸਰੂਪ ਹੋਣ ਦੇ ਬਾਵਜੂਦ ਵੀ ਗੁਰੂ ਨਾਨਕ ਦੇਵ ਜੀ ਅੰਦਰ ਬੈਠੇ ਆ, ਫਿਰ ਵੀ ਉਹਨਾਂ ਦੀ ਕਥਾ ਸੁਣ ਰਹੇ ਆ। ਕਿਹਨੂੰ ਸਮਝਾਉਣ ਲਈ? ਸਾਨੂੰ ਸਮਝਾਉਣ ਲਈ। ਕੀਰਤਨ ਸੁਣਦੇ ਆ ਕਿਹਦੇ ਵਾਸਤੇ? ਸਾਡੇ ਵਾਸਤੇ। ਪੂਰਨੇ ਪਾ ਰਹੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਹ ਭਾਉ ਭਗਤੀ ਦੀ ਰੀਤੀ ਸੰਸਾਰ ਵਿੱਚ ਜਿਹੜੀ ਹੈ ਪ੍ਰਗਟ ਕਰਨੀ ਹੈ। ਤੇ ਫਿਰ ਹਿਰਦੇ ਵਿੱਚ ਗਿਆਨ, ਆਤਮਿਕ ਗਿਆਨ ਹੋ ਜਾਵੇਗਾ। ਇਹ ਬੜੀ ਨੀਕੀ ਚੰਗੀ, ਇਹ ਜੀ ਕੀ ਜੀਵ ਦੀ ਕਲਿਆਣ ਕਰਨ ਵਾਸਤੇ ਇਹ ਪ੍ਰੇਮਾ ਭਗਤੀ ਹੈ। ਹੁਣ ਕਰਨੀ ਕਿਸ ਤਰ੍ਹਾਂ ਸਤ ਸੰਗਤ? ਆਪਣੇ ਹਿਰਦੇ ਨੂੰ ਕਾਗਜ਼ ਬਣਾਉਣਾ ਹੈ। ਜਿਸ ਤਰ੍ਹਾਂ ਕਾਗਜ਼ ਤੇ ਆਪਾਂ ਲਿਖੀਦਾ, ਇਸ ਤਰੀਕੇ ਨਾਲ ਹਿਰਦੇ ਰੂਪੀ ਕਾਗਜ਼ ਬਣਾਉਣਾ ਹੈ। ਤੇ ਜਿਹੜੀ ਸ੍ਰੇਸ਼ਟ ਮੱਤ ਹੈ, ਜਿਹੜਾ ਮੋਹ ਨੂੰ ਸਾੜ ਲੈਣਾ ਹੈ, ਮੋਹ ਨੂੰ ਸਾੜ ਕੇ ਉਹਦੀ ਸ਼ਾਹੀ ਬਣਾਉਣੀ ਹੈ। ਉਹਦੇ ਉੱਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ ਜਸ ਵਡਿਆਈ ਮਹਿਮਾ ਲਿਖਣੀ ਹੈ। ਤਦੋਂ ਹੀ ਪਰਮ ਗਤੀ ਦੀ ਜਿਹੜੀ ਹੈ ਉਹ ਪ੍ਰਾਪਤੀ ਹੋਵੇਗੀ, ਨਹੀਂ ਤੇ ਪਰਮ ਗਤੀ ਦੀ ਪ੍ਰਾਪਤੀ ਨਹੀਂ ਹੋਣੀ। ਪਰਮ ਗਤੀ ਦੀ ਪ੍ਰਾਪਤੀ ਕਰਨ ਵਾਸਤੇ ਇਹ ਜ਼ਰੂਰੀ ਹੈ ਸਾਧ ਸੰਗਤ ਜੀ ਕਿ ਆਪਣੇ ਹਿਰਦੇ ਨੂੰ ਕਾਗਜ਼ ਬਣਾਉਣਾ ਹੈ ਤੇ ਸ੍ਰੇਸ਼ਟ ਸਿਆਹੀ ਬਣਾਉਣੀ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੋਪਾਲ ਚੰਦ ਪਾਂਧਾ ਜੀ ਨੂੰ ਵੀ ਇਹ ਉਪਦੇਸ਼ ਬਖਸ਼ਿਸ਼ ਕੀਤਾ ਸੀ। ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ,
जिथै लेखा मंगी है तिथै होए सच्चा नीसान। ये सच्ची निशानी परलोक दी परवाना। हिरदे दे उत्ते साडे काम उकरे जाते हैं। जो असी चंगा माड़ा जो कुछ भी करते हैं याददाश्तां साडे अंदर वसियां हुई हैं। तो महाराज कहते उत्थे इहनूं मत नूं श्रेष्ठ नूं कागज बना लवो। भाओ कलम कर प्रेम रूपी कलम बना। चित्त लिखारी जिहड़ा चित्त है एकाग्रता अंदर सोचण वाली शक्ति उन्होंने लिखारी बना लै। गुरपुछ लिख विचार। गुरु साहब जी नूं पुछ पुछ करके विचारां उपर लिखो। परमात्मा का नाम लिखना वाहिगुरु वाहिगुरु। हुण मुखों बोलना ही नहीं है। अंदर कितना ववे नूं कन्ना हाहे नूं सिहारी गग्गे नूं अंकड़ रारे नूं दुलैंकड़े हैं। वाहिगुरु जदों आपां बोलदे हैं अंदर साडे मत्थे दे उत्ते उस तरह के अखर भी उकरे जाण। अखां मीट के ध्यान दे विच भी उस तरह सतनाम वाहिगुरु लिखिया आवे ते किड्डा सुख होवेगा, किन्नी एकाग्रता होवे। नहीं तो मन दे नालों नाल हौली हौली लिखी जाइए। मूल मंत्र लिखिए जे मूल मंत्र पढ़ते इस तरह लिखण दे नाल होर चित्त एकाग्र होएगा, फिर बख्शिशां प्राप्त होणगीਆਂ। सो साध संगत जी सतगुरु साहब जी ये जिहड़ी है इत्थे किरपा करना कीती है कि इस तरीके नाल जिहड़ा हिरदे नूं पवित्र करना करो। सतगुरु गुरु नानक देव जी महाराज किरपा दे खजाने इस तरह का तत्त सिद्धांत ब्रह्म ज्ञान का जिहड़ा ज्ञान है वह दिता है सारी संगत नूं। किन्ना कु समा फिर इस तरीके नाल बतीत होया। बहुत